ਅਧਿਆਇ 20 ਤਾਹਾ 1 ਤਾ ਹਾ 2 ਹੇ ਨਬੀ, ਅਸੀਂ ਇਹ ਕੁਰਾਨ ਤੁਹਾਡੇ ਤੇ ਇਸ ਕਰਕੇ ਨਹੀਂ ਉਤਾਰਿਆ ਕਿ ਤੁਸੀਂ ਔਖੇ ਹੋ ਜਾਵੋ। 3 ਸਗੋਂ ਇਹ ਤਾਂ ਹਰ ਉਸ ਵਿਅਕਤੀ ਲਈ ਇੱਕ ਨਸੀਹਤ ਹੈ ਜਿਹੜਾ ਉਸ ਅੱਲਾਹ ਤੋਂ ਡਰਦਾ ਹੈ। 4 ਅਤੇ ਇਸ ਕੁਰਾਨ ਦਾ ਉਤਾਰਨਾ ਉਸ ਜ਼ਾਤ ਵੱਲੋਂ ਹੈ ਜਿਸਨੇ ਧਰਤੀ ਨੂੰ ਅਤੇ ਉੱਚੇ ਆਕਾਸ਼ ਨੂੰ ਬਣਾਇਆ ਹੈ। 5 ਉਹ ਰਹਿਮਾਨ ਹੈ ਜਿਹੜਾ ਅਰਸ਼ ਦੇ ਰਾਜ ਸਿੰਘਾਸਨ ਤੇ ਵਿਰਾਜਮਾਨ ਹੈ। 6 ਆਕਾਸ਼ਾਂ ਤੇ ਧਰਤੀ ਵਿੱਚ ਜੋ ਵੀ ਹੈ, ਜੋ ਉਹਨਾਂ ਦੇ ਵਿਚਾਲੇ ਹੈ ਅਤੇ ਜੋ ਧਰਤੀ ਦੇ ਥੱਲੇ ਹੈ, ਸਭ ਉਸੇ ਰਹਿਮਾਨ ਦਾ ਹੈ। 7 ਭਾਵੇਂ ਤੁਸੀਂ ਉੱਚੀ ਆਵਾਜ਼ ਨਾਲ ਗੱਲ ਕਰੋ ਪਰ ਉਹ ਹਰ ਭੇਤ ਨੂੰ ਸਗੋਂ ਉਹ ਤਾਂ ਉਸ ਤੋਂ ਵੀ ਗੁਪਤ ਗੱਲਾਂ ਨੂੰ ਜਾਣਦਾ ਹੈ। 8 ਅੱਲਾਹ ਉਹੀਓ ਹੈ ਜਿਸ ਤੋਂ ਛੁੱਟ ਹੋਰ ਕੋਈ ਇਸ਼ਟ ਨਹੀਂ ਅਤੇ ਸਾਰੇ ਹੀ ਸੋਹਣੇ ਨਾ ਉਸੇ ਦੇ ਹਨ। 1 9 ਹੇ ਨਬੀ, ਕੀ ਤੁਸੀਂ ਮੂਸਾ ਦਾ ਕਿੱਸਾ ਜਾਣਦੇ ਹੋ? 1 ਜਦੋਂ ਉਹਨਾਂ ਨੇ ਤੁਵਾ ਘਾਟੀ ਵਿੱਚ ਅੱਗ ਨੂੰ ਵੇਖ ਕੇ ਆਪਣੇ ਘਰ ਵਾਲਿਆਂ ਨੂੰ ਕਿਹਾ ਸੀ ਕਿ ਰਤਾ ਠਹਿਰੋ, ਮੈਨੇ ਅੱਗ ਵੇਖੀ ਹੈ, ਸ਼ਾਇਦ ਮੈਂ ਤੁਹਾਡੇ ਲਈ ਉਸ ਵਿੱਚੋਂ ਇੱਕ ਅੱਧਾ ਅੰਗਿਆਰਾ ਲੈ ਆਵਾਂ ਜਾਂ ਅੱਗ ਕੋਲ ਕੋਈ ਅਗਵਾਈ ਕਰਨ ਵਾਲਾ ਹੋਵੇ। 1 ਜਦੋਂ ਮੂਸਾ ਅੱਗ ਦੇ ਕੋਲ ਪਹੁੰਚਿਆ ਤਾਂ ਆਵਾਜ਼ ਆਈ ਕਿ ਹੇ ਮੂਸਾ। 2 ਮੈਂ ਹੀ ਤੇਰਾ ਪਾਲਣਹਾਰ ਹਾਂ, ਤੂੰ ਆਪਣੀਆਂ ਜੁੱਤੀਆਂ ਉਤਾਰ ਦੇ, ਕਿਉਂ ਜੋ ਤੂੰ ਇੱਕ ਪਵਿੱਤਰ ਘਾਟੀ ਤੁਵਾ ਵਿੱਚ ਖੜਾ ਹੈ। 3 ਅਤੇ ਮੈਨੇ ਤੈਨੂੰ ਪੈਗੰਬਰੀ ਵਜੋਂ ਚੁਣ ਲਿਆ ਹੈ, ਹੁਣ ਜਿਹੜੀ ਵੀ ਵਹੀ ਸੰਦੇਸ਼ ਆਵੇ ਉਸ ਨੂੰ ਧਿਆਨ ਨਾਲ ਸੁਣੀ। 4 ਨਿਰਸੰਦੇਹ ਮੈਂ ਹੀ ਅੱਲਾਹ ਹਾਂ, ਮੈਥੋਂ ਛੁੱਟ ਹੋਰ ਕੋਈ ਇਸ਼ਟ ਨਹੀਂ, ਸੋ ਤੂੰ ਮੇਰੀ ਹੀ ਇਬਾਦਤ ਕਰ ਅਤੇ ਮੈਨੂੰ ਯਾਦ ਰੱਖਣ ਲਈ ਨਮਾਜ਼ ਕਾਇਮ ਰੱਖ। 5 ਬੇਸ਼ੱਕ ਕਿਆਮਤ ਦਾ ਵੇਲਾ ਆਉਣ ਵਾਲਾ ਹੈ ਜਿਸ ਦਾ ਸਮਾਂ ਮੈਂ ਗੁਪਤ ਰੱਖਣਾ ਚਾਹੁੰਦਾ ਹਾਂ ਤਾਂ ਜੋ ਹਰੇਕ ਵਿਅਕਤੀ ਨੂੰ ਉਸ ਦੀਆਂ ਚੰਗੀਆਂ ਜਾਂ ਮਾੜੀਆਂ ਕੋਸ਼ਿਸ਼ਾਂ ਦਾ ਬਦਲਾ ਦਿੱਤਾ ਜਾਵੇ। 600 ਹੁਣ ਉਸ ਕਿਆਮਤ ਦਿਹਾੜੇ ਦੀ ਚਿੰਤਾ ਕਰਨ ਤੋਂ ਤੁਹਾਨੂੰ ਕੋਈ ਅਜਿਹਾ ਵਿਅਕਤੀ ਰੋਕ ਨਾ ਦੇਵੇ ਜਿਹੜਾ ਉਸ ਦਿਨ ਨੂੰ ਆਪ ਹੀ ਮੰਨਦਾ ਨਾ ਹੋਵੇ ਅਤੇ ਆਪਣੀਆਂ ਇੱਛਾਵਾਂ ਦੇ ਪਿੱਛੇ ਹੀ ਲੱਗਿਆ ਹੋਵੇ, ਨਹੀਂ ਤਾਂ ਹੇ ਮੂਸਾ, ਤੂੰ ਉਹ ਵੀ ਬਰਬਾਦ ਹੋ ਜਾਵੇਂਗਾ। 1 7 ਹੇ ਮੂਸਾ, ਤੇਰੇ ਸੱਜੇ ਹੱਥ ਵਿੱਚ ਕੀ ਹੈ? 8 ਮੂਸਾ ਨੇ ਉੱਤਰ ਦਿੱਤਾ ਕਿ ਇਹ ਮੇਰੀ ਲਾਠੀ ਹੈ ਜਿਸ ਨਾਲ ਮੈਂ ਸਹਾਰਾ ਲੈਂਦਾ ਹਾਂ ਅਤੇ ਮੈਂ ਆਪਣੀਆਂ ਬੱਕਰੀਆਂ ਲਈ ਪੱਤੇ ਚਾੜਦਾ ਹਾਂ ਅਤੇ ਮੈਨੂੰ ਇਸ ਤੋਂ ਹੋਰ ਵੀ ਕਈ ਲਾਭ ਹਨ। 9 ਕਿਹਾ ਕਿ ਹੇ ਮੂਸਾ, ਇਸ ਲਾਠੀ ਨੂੰ ਸੁੱਟ ਦੇ। 2 ਸੁੱਟਦੇ ਹੀ ਉਹ ਲਾਠੀ ਸੱਪ ਬਣ ਕੇ ਨਸਣ ਲੱਗ ਪਈ। 2 ਫਰਮਾਇਆ ਕਿ ਇਸ ਸੱਪ ਨੂੰ ਫੜ ਲੈ, ਡਰ ਨਾ, ਅਸੀਂ ਇਸ ਨੂੰ ਪਹਿਲਾਂ ਵਾਂਗ ਹੀ ਲਾਠੀ ਬਣਾ ਦਿਆਂਗੇ। 2 ਆਪਣਾ ਸੱਜਾ ਹੱਥ ਕੁਛ ਵਿੱਚ ਲੈ, ਉਹ ਹੱਥ ਬਿਨਾਂ ਕਿਸੇ ਰੋਗ ਤੋਂ ਲਿਸ਼ਕਾਰੇ ਮਾਰਦਾ ਹੋਇਆ ਸਫੈਦ ਬਣ ਕੇ ਨਿਕਲੇਗਾ। ਇਹ ਦੂਜੀ ਨਿਸ਼ਾਨੀ ਹੈ। 2 ਇਹ ਸਭ ਇਸ ਲਈ ਹੈ ਤਾਂ ਜੋ ਅਸੀਂ ਤੁਹਾਨੂੰ ਆਪਣੀਆਂ ਵੱਡੀਆਂ ਨਿਸ਼ਾਨੀਆਂ ਵਿਖਾਈਏ। 4 ਅੱਲਾਹ ਨੇ ਕਿਹਾ ਹੇ ਮੂਸਾ, ਤੂੰ ਫਿਰੌਨ ਵੱਲ ਜਾ, ਕਿਉਂ ਜੋ ਉਹ ਸਰਕਸ਼ ਬਾਗੀ ਹੋ ਗਿਆ ਹੈ। 5 ਮੂਸਾ ਨੇ ਕਿਹਾ ਕਿ ਹੇ ਮੇਰੇ ਮਾਲਿਕ, ਤੂੰ ਮੇਰਾ ਸੀਨਾ ਖੋਲ ਦੇ, ਭਾਵ ਮੈਨੂੰ ਹੌਸਲਾ ਦੇ। 6 ਅਤੇ ਮੇਰੇ ਕੰਮ ਨੂੰ ਮੇਰੇ ਲਈ ਸੁਖਾਲਾ ਕਰ ਦੇ। 7 ਅਤੇ ਮੇਰੀ ਜ਼ੁਬਾਨ ਦੀਆਂ ਗੰਢਾਂ ਖੋਲ ਦੇ। 8 ਤਾਂ ਜੋ ਲੋਕੀ ਮੇਰੀ ਗੱਲ ਨੂੰ ਚੰਗੀ ਤਰ੍ਹਾਂ ਸਮਝ ਸਕਣ।
ਦੋਨੋਂ ਅਤੇ ਮੇਰੇ ਪਰਿਵਾਰ ਚੋਂ ਮੇਰਾ ਇੱਕ ਵਜ਼ੀਰ ਸਹਾਇਕ ਬਣਾ ਦੇ। 3 ਭਾਵ ਮੇਰੇ ਭਰਾ ਹਾਰੂਨ ਨੂੰ ਮੇਰਾ ਸਾਥੀ ਬਣਾ। 3 ਤੂੰ ਉਸ ਦੁਆਰਾ ਮੇਰੀ ਪਿੱਠ ਨੂੰ ਮਜ਼ਬੂਤ ਕਰ ਦੇ। 3 ਅਤੇ ਉਸ ਨੂੰ ਮੇਰਾ ਭਾਈਵਾਲ ਬਣਾ ਦੇ। 3 ਤਾਂ ਜੋ ਅਸੀਂ ਦੋਵੇਂ ਵੱਧ ਤੋਂ ਵੱਧ ਤੇਰੀ ਤਸਬੀਹ ਕਰੀਏ। 4 ਅਤੇ ਵੱਧ ਤੋਂ ਵੱਧ ਤੈਨੂੰ ਯਾਦ ਕਰੀਏ। 5 ਬੇਸ਼ੱਕ ਤੂੰ ਸਾਨੂੰ ਚੰਗੀ ਤਰ੍ਹਾਂ ਵੇਖਦਾ ਹੈ। 6 ਅੱਲਾਹ ਨੇ ਫਰਮਾਇਆ, ਹੇ ਮੂਸਾ, ਮੈਂ ਤੇਰੀਆਂ ਸਾਰੀਆਂ ਮੰਗਾਂ ਕਬੂਲ ਕਰਦਾ ਹਾਂ। 7 ਅਸੀਂ ਤੇਰੇ ਤੇ ਇੱਕ ਵਾਰ ਪਹਿਲਾਂ ਵੀ ਉਪਕਾਰ ਕਰ ਚੁੱਕਾ ਹਾਂ। 8 ਜਦੋਂ ਅਸੀਂ ਤੇਰੀ ਮਾਂ ਨੂੰ ਇਲਹਾਮ ਰੱਬੀ ਇਸ਼ਾਰਾ ਕੀਤਾ ਸੀ ਜਿਸ ਦੀ ਚਰਚਾ ਹੁਣ ਵਹੀ ਰਾਹੀਂ ਕੀਤੀ ਜਾ ਰਹੀ ਹੈ। 9 ਕਿ ਤੂੰ ਇਸ ਮੂਸਾ ਨੂੰ ਇੱਕ ਸੰਦੂਕ ਵਿੱਚ ਬੰਦ ਕਰਕੇ ਦਰਿਆ ਵਿੱਚ ਛੱਡ ਦੇ, ਫੇਰ ਦਰਿਆ ਇਸ ਸੰਦੂਕ ਨੂੰ ਕੰਢੇ ਤੇ ਲਿਆ ਛੱਡੇਗਾ ਅਤੇ ਇਸ ਨੂੰ ਮੇਰਾ ਅਤੇ ਇਸ ਮੂਸਾ ਦਾ ਵੈਰੀ ਕੱਢ ਲਵੇਗਾ। ਮੈਨੇ ਆਪਣੇ ਵੱਲੋਂ ਉਸ ਫਿਰੌਨ ਦੇ ਮਨ ਵਿੱਚ ਤੇਰੇ ਲਈ ਇੱਕ ਵਿਸ਼ੇਸ਼ ਭਰਮ ਪਾ ਦਿੱਤਾ ਤਾਂ ਜੋ ਮੇਰੀ ਦੇਖ-ਰੇਖ ਹੇਠ ਤੇਰੀ ਪਰਵਰਿਸ਼ ਹੋਵੇ। 4 ਜਦੋਂ ਤੇਰੀ ਮੂਸਾ ਦੀ ਭੈਣ ਸੰਦੂਕ ਦੇ ਨਾਲ ਤੁਰੀ ਜਾ ਰਹੀ ਸੀ ਅਤੇ ਫਿਰੌਨ ਨੂੰ ਕਹਿ ਰਹੀ ਸੀ ਕਿ ਮੈਂ ਤੁਹਾਨੂੰ ਉਸ ਇਸਤਰੀ ਦਾ ਪਤਾ ਦੱਸਾਂ ਜਿਹੜੀ ਇਸ ਬੱਚੇ ਦੀ ਦੇਖਭਾਲ ਕਰ ਸਕਦੀ ਹੈ। ਇੰਜ ਅਸੀਂ ਤੈਨੂੰ ਤੇਰੀ ਮਾਂ ਕੋਲ ਪਹੁੰਚਾ ਦਿੱਤਾ ਤਾਂ ਜੋ ਉਸ ਦੀਆਂ ਅੱਖਾਂ ਠੰਡੀਆਂ ਰਹਿਣ ਅਤੇ ਉਹ ਦੁਖੀ ਨਾ ਹੋਵੇ। ਫੇਰ ਤੈਨੇ ਇੱਕ ਵਿਅਕਤੀ ਨੂੰ ਮੁੱਕਾ ਮਾਰ ਕੇ ਮਾਰ ਦਿੱਤਾ ਸੀ। ਅਸੀਂ ਤੈਨੂੰ ਉਸ ਬਿਪਤਾ ਵਿੱਚੋਂ ਵੀ ਕੱਢਿਆ, ਭਾਵ ਅਸੀਂ ਤੈਨੂੰ ਚੰਗੀ ਤਰ੍ਹਾਂ ਪਰਖਿਆ। ਫੇਰ ਤੂੰ ਕਈ ਸਾਲ ਮਦੀਨ ਦੇ ਲੋਕਾਂ ਵਿੱਚ ਗੁਜ਼ਾਰੇ। ਫੇਰ ਹੇ ਮੂਸਾ, ਮੁਕੱਦਰਾਂ ਨਾਲ ਤੂੰ ਇੱਥੇ ਆ ਗਿਆ। 4 ਅਤੇ ਮੈਨੇ ਵਿਸ਼ੇਸ਼ ਆਪਣੇ ਪੈਗੰਬਰ ਬਣਾਉਣ ਲਈ ਤੈਨੂੰ ਚੁਣ ਲਿਆ ਹੈ। 1 4 ਹੁਣ ਤੂੰ ਤੇ ਤੇਰਾ ਭਰਾ ਹਾਰੂਨ ਮੇਰੇ ਵੱਲੋਂ ਦਿੱਤੀਆਂ ਨਿਸ਼ਾਨੀਆਂ ਲੈ ਕੇ ਫਿਰੌਨ ਦੇ ਕੋਲ ਜਾਓ। ਖਬਰਦਾਰ ਮੇਰੀ ਯਾਦ ਵਿੱਚ ਕਿਸੇ ਤਰ੍ਹਾਂ ਦੀ ਸੁਸਤੀ ਨਾ ਕਰਿਓ। 4 ਤੁਸੀਂ ਦੋਵੇਂ ਫਿਰੌਨ ਕੋਲ ਜਾਓ ਕਿਉਂ ਜੋ ਉਹ ਬਾਗੀ ਹੋ ਗਿਆ ਹੈ। 4 ਉਸ ਨੂੰ ਨਰਮਾਈ ਨਾਲ ਸਮਝਾਣਾ, ਹੋ ਸਕਦਾ ਹੈ ਕਿ ਉਹ ਸਮਝ ਜਾਵੇ ਜਾਂ ਡਰ ਜਾਵੇ। 4 ਦੋਵਾਂ ਮੂਸਾ ਤੇ ਹਾਰੂਨ ਨੇ ਕਿਹਾ ਕਿ ਹੇ ਸਾਡੇ ਮਾਲਿਕ, ਸਾਨੂੰ ਡਰ ਹੈ ਕਿ ਉਹ ਸਾਡੇ ਨਾਲ ਕੋਈ ਧੱਕਾ ਨਾ ਕਰੇ ਜਾਂ ਹੋਰ ਬਾਗੀ ਨਾ ਹੋ ਜਾਵੇ। 4 ਅੱਲਾਹ ਨੇ ਫਰਮਾਇਆ ਕਿ ਤੁਸੀਂ ਉਕਾ ਹੀ ਨਾ ਡਰੋ। ਮੈਂ ਤੁਹਾਡੇ ਅੰਗ ਸੰਗ ਹਾਂ, ਮੈਂ ਸਭ ਕੁਝ ਸੁਣਦਾ ਅਤੇ ਵੇਖਦਾ ਵੀ ਹਾਂ। 4 ਤੁਸੀਂ ਮੂਸਾ ਤੇ ਹਾਰੂਨ ਉਹਦੇ ਕੋਲ ਜਾਓ ਤੇ ਆਖੋ ਕਿ ਅਸੀਂ ਤੇਰੇ ਪਾਲਣਹਾਰ ਵੱਲੋਂ ਭੇਜੇ ਹੋਏ ਪੈਗੰਬਰ ਹਾਂ, ਤੂੰ ਸਾਡੇ ਨਾਲ ਬਨੀ ਇਸਰਾਈਲ ਨੂੰ ਭੇਜ ਦੇ, ਉਹਨਾਂ ਨੂੰ ਦੁਖੀ ਨਾ ਕਰ। ਅਸੀਂ ਤਾਂ ਤੇਰੇ ਕੋਲ ਤੇਰੇ ਰੱਬ ਦੀ ਨਿਸ਼ਾਨੀ ਲੈ ਕੇ ਆਏ ਹਾਂ ਅਤੇ ਜਿਹੜਾ ਰੱਬੀ ਹਿਦਾਇਤਾਂ ਨੂੰ ਕਬੂਲ ਕਰੇਗਾ ਉਸ ਲਈ ਸਲਾਮਤੀ ਹੈ। 4 ਸਾਡੇ ਵੱਲ ਵਹੀ ਆਈ ਹੈ ਕਿ ਜਿਹੜਾ ਵੀ ਰੱਬੀ ਹੁਕਮਾਂ ਨੂੰ ਝੁਠਲਾਏਗਾ, ਉਸ ਲਈ ਅਜ਼ਾਬ ਹੈ। 4 ਫਿਰੌਨ ਨੇ ਕਿਹਾ ਕਿ ਇਹ ਮੂਸਾ, ਤੁਹਾਡਾ ਰੱਬ ਕੌਣ ਹੈ? 5 ਮੂਸਾ ਨੇ ਕਿਹਾ ਕਿ ਸਾਡਾ ਰੱਬ ਉਹ ਹੈ ਜਿਸ ਨੇ ਹਰੇਕ ਸ਼ੈ ਨੂੰ ਉਸ ਦੀ ਵਿਸ਼ੇਸ਼ ਸ਼ਕਲ ਸੂਰਤ ਬਖਸ਼ੀ ਫੇਰ ਰਾਹ ਵੀ ਵਿਖਾਈ। 5 ਉਸ ਫਿਰੌਨ ਨੇ ਕਿਹਾ ਕਿ ਚੰਗਾ ਇਹ ਦੱਸੋ ਕਿ ਪਹਿਲੇ ਇਨਕਾਰੀ ਲੋਕਾਂ ਦਾ ਕੀ ਬਣੇਗਾ। 5 ਉੱਤਰ ਦਿੱਤਾ ਕਿ ਇਸ ਦਾ ਗਿਆਨ ਤਾਂ ਮੇਰੇ ਰੱਬ ਦੇ ਕੋਲ ਇੱਕ ਕਿਤਾਬ ਲੋਹੇ ਮਹਫੂਜ਼ ਵਿੱਚ ਲੇਖਾ ਹੋਇਆ ਹੈ। ਨਾ ਤਾਂ ਮੇਰਾ ਰੱਬ ਕੋਈ ਗਲਤੀ ਕਰਦਾ ਹੈ ਅਤੇ ਨਾ ਹੀ ਉਹ ਤੋਂ ਕੋਈ ਭੁੱਲ ਹੁੰਦੀ ਹੈ।
5 3 ਉਸੇ ਰੱਬ ਨੇ ਤੁਹਾਡੇ ਲਈ ਧਰਤੀ ਨੂੰ ਵਿਛਾਇਆ ਅਤੇ ਇਸ ਧਰਤੀ ਵਿੱਚ ਤੁਹਾਡੇ ਤੁਰਨ ਫਿਰਨ ਲਈ ਰਾਹ ਬਣਾਏ ਅਤੇ ਆਕਾਸ਼ੋਂ ਪਾਣੀ ਬਰਸਾਇਆ, ਫਿਰ ਉਸ ਰਹੀ ਭਾਂਤ ਭਾਂਤ ਦੀ ਬਨਸਪਤੀ ਕੱਢੀ। 5 4 ਤੁਸੀਂ ਆਪ ਵੀ ਖਾਓ ਅਤੇ ਆਪਣੇ ਪਸ਼ੂਆਂ ਨੂੰ ਵੀ ਚਰਾਓ। ਬੇਸ਼ੱਕ ਰੱਬ ਦੀ ਸ਼ਕਤੀ ਨੂੰ ਸਮਝਣ ਲਈ ਇਸ ਵਿੱਚ ਬੁੱਧੀਵਾਨਾਂ ਲਈ ਅਨੇਕਾਂ ਨਿਸ਼ਾਨੀਆਂ ਹਨ। 5 5 ਅਸੀਂ ਇਸੇ ਮਿੱਟੀ ਵਿੱਚੋਂ ਤੁਹਾਨੂੰ ਪੈਦਾ ਕੀਤਾ ਹੈ ਅਤੇ ਫਿਰ ਇਸੇ ਵਿੱਚ ਤੁਹਾਨੂੰ ਮੁੜ ਪਰਤਾ ਦੇਵਾਂਗੇ ਅਤੇ ਮੁੜ ਤੁਹਾਨੂੰ ਇਸੇ ਵਿੱਚੋਂ ਦੁਬਾਰਾ ਕੱਢਾਂਗੇ। 5 6 ਅਸਾਂ ਉਸ ਫਿਰੌਨ ਨੂੰ ਆਪਣੀਆਂ ਸਾਰੀਆਂ ਨਿਸ਼ਾਨੀਆਂ ਵਿਖਾਈਆਂ, ਪਰੰਤੂ ਫਿਰ ਵੀ ਉਹ ਝੁਠਲਾਉਂਦਾ ਰਿਹਾ ਅਤੇ ਮੰਨਿਆ ਹੀ ਨਹੀਂ। 5 7 ਫਿਰੌਨ ਆਖਣ ਲੱਗਾ ਕਿ ਇਹ ਮੂਸਾ, ਕੀ ਤੂੰ ਇਸ ਲਈ ਸਾਡੇ ਕੋਲ ਆਇਆ ਹੈ ਕਿ ਤੂੰ ਆਪਣੇ ਜਾਦੂ ਦੇ ਜ਼ੋਰ ਨਾਲ ਸਾਨੂੰ ਸਾਡੇ ਦੇਸ਼ ਚੋਂ ਬਾਹਰ ਕੱਢ ਦੇਵੇਂ? 5 8 ਚੰਗਾ, ਅਸੀਂ ਵੀ ਤੇਰੇ ਟਾਕਰੇ ਤੇ ਅਜਿਹਾ ਹੀ ਜਾਦੂ ਲਿਆਵਾਂਗੇ। ਤੂੰ ਸਾਡੇ ਅਤੇ ਆਪਣੇ ਵਿਚਕਾਰ ਜਾਦੂ ਦਾ ਮੁਕਾਬਲਾ ਹੋਣ ਦਾ ਇੱਕ ਸਮਾਂ ਨਿਸ਼ਚਿਤ ਕਰ ਲੈ। ਨਾ ਅਸੀਂ ਇਸ ਇਕਰਾਰ ਤੋਂ ਫਿਰਾਂਗੇ ਤੇ ਨਾ ਹੀ ਤੂੰ, ਅਤੇ ਇਹ ਮੁਕਾਬਲਾ ਖੁੱਲੇ ਮੈਦਾਨ ਵਿੱਚ ਹੋਵੇਗਾ। 5 9 ਮੂਸਾ ਨੇ ਆਖਿਆ ਕਿ ਤਿਉਹਾਰ ਵਾਲੇ ਦਿਨ ਦਾ ਵਾਅਦਾ ਨਿਸ਼ਚਿਤ ਹੈ ਅਤੇ ਦਿਨ ਚੜ੍ਹੇ ਲੋਕੀ ਜਮ੍ਹਾਂ ਹੋ ਜਾਣਗੇ। 6 0 ਫਿਰੌਨ ਵਾਪਸ ਮਹਿਲ ਵਿੱਚ ਚਲਾ ਗਿਆ ਅਤੇ ਆਪਣੇ ਸਾਰੇ ਹੱਥਕੰਡੇ ਇਕੱਠੇ ਕਰਕੇ ਮੁਕਾਬਲੇ ਲਈ ਮੁੜ ਮੈਦਾਨ ਵਿੱਚ ਆ ਗਿਆ। 6 1 ਮੂਸਾ ਨੇ ਜਾਦੂਗਰਾਂ ਨੂੰ ਆਖਿਆ ਕਿ ਤੁਸੀਂ ਅੱਲਾਹ ਉੱਤੇ ਝੂਠ ਨਾ ਮੜ੍ਹੋ, ਨਹੀਂ ਤਾਂ ਉਹ ਤੁਹਾਨੂੰ ਅਜ਼ਾਬ ਨਾਲ ਬਰਬਾਦ ਕਰ ਦੇਵੇਗਾ। ਖਬਰਦਾਰ ਰਹੋ ਕਿ ਜਿਸ ਨੇ ਵੀ ਝੂਠ ਕਢਿਆ ਉਹ ਅਸਫਲ ਹੀ ਹੋਇਆ ਹੈ। 6 2 ਇਹ ਸੁਣ ਕੇ ਉਹਨਾਂ ਜਾਦੂਗਰਾਂ ਵਿਚਾਲੇ ਮਤਭੇਦ ਹੋਣ ਲੱਗਿਆ ਅਤੇ ਹੌਲੀ ਹੌਲੀ ਆਪੋ ਵਿੱਚ ਸਲਾਹ ਮਸ਼ਵਰੇ ਕਰਨ ਲੱਗੇ। 6 3 ਅੰਤ ਵਿੱਚ ਫਿਰੌਨ ਤੇ ਉਸ ਦੇ ਦਰਬਾਰੀਆਂ ਨੇ ਕਿਹਾ ਕਿ ਇਹ ਦੋਵੇਂ ਮੂਸਾ ਤੇ ਹਾਰੂਨ ਜਾਦੂਗਰ ਹੀ ਹਨ ਅਤੇ ਉਹਨਾਂ ਦੀ ਇੱਛਾ ਇਹੋ ਹੈ ਕਿ ਆਪਣੇ ਜਾਦੂ ਦੇ ਜ਼ੋਰ ਨਾਲ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਦੇਸ਼ ਵਿੱਚੋਂ ਕੱਢ ਦੇਣ ਅਤੇ ਤੁਹਾਡੇ ਇਸ ਆਦਰਸ਼ ਜੀਵਨ ਪ੍ਰਣਾਲੀ ਨੂੰ ਬਰਬਾਦ ਕਰ ਦੇਣ। 6 400 ਤੁਸੀਂ ਆਪਣੇ ਸਾਰੇ ਉਪਾਵਾਂ ਨੂੰ ਜਮ੍ਹਾਂ ਕਰ ਲਵੋ ਅਤੇ ਇਕਜੁੱਟ ਹੋ ਕੇ ਆਓ। ਅੱਜ ਜਿਹੜਾ ਭਾਰੂ ਰਹੇਗਾ ਉਹੀਓ ਬਾਜ਼ੀ ਜਿੱਤ ਜਾਵੇਗਾ। 6 5 ਜਾਦੂਗਰ ਆਖਣ ਲੱਗੇ ਕਿ ਇਹ ਮੂਸਾ, ਤੂੰ ਪਹਿਲਾਂ ਜਾਦੂ ਸੁੱਟੇਗਾ ਜਾਂ ਅਸੀਂ ਹੀ ਪਹਿਲਾਂ ਸੁੱਟੀਏ? 6 6 ਮੂਸਾ ਨੇ ਕਿਹਾ ਕਿ ਨਹੀਂ, ਤੁਸੀਂ ਹੀ ਪਹਿਲ ਕਰੋ। ਜਦੋਂ ਜਾਦੂ ਲਈ ਜਾਦੂਗਰਾਂ ਨੇ ਰੱਸੀਆਂ ਤੇ ਸੋਟੀਆਂ ਸੁੱਟੀਆਂ ਤਾਂ ਮੂਸਾ ਨੂੰ ਇੰਜ ਮਹਿਸੂਸ ਹੋਣ ਲੱਗ ਪਿਆ ਕਿ ਜਿਵੇਂ ਉਹਨਾਂ ਜਾਦੂਗਰਾਂ ਦੀਆਂ ਰੱਸੀਆਂ ਤੇ ਸੋਟੀਆਂ ਜਾਦੂ ਦੇ ਕਾਰਨ ਨਸ ਭੱਜ ਰਹੀਆਂ ਹਨ। 6 7 ਇਹ ਵੇਖ ਕੇ ਮੂਸਾ ਆਪਣੇ ਮਨ ਹੀ ਮਨ ਵਿੱਚ ਡਰ ਮਹਿਸੂਸ ਕਰਨ ਲੱਗਿਆ। 6 8 ਤਾਂ ਅਸੀਂ ਫਰਮਾਇਆ ਕਿ ਉਕਾ ਨਾ ਡਰ, ਤੂੰ ਹੀ ਭਾਰੂ ਰਹੇਗਾ। 6 9 ਤੇ ਤੇਰੇ ਸੱਜੇ ਹੱਥ ਵਿੱਚ ਜੋ ਲਾਠੀ ਹੈ ਉਸ ਨੂੰ ਸੁੱਟ ਦੇ। ਉਹਨਾਂ ਜਾਦੂਗਰਾਂ ਨੇ ਜੋ ਵੀ ਕਾਰੀਗਰੀ ਕਰਤੱਬ ਵਿਖਾਈ ਹੈ ਉਹ ਉਹਨਾਂ ਸਭ ਨੂੰ ਨਿਗਲ ਜਾਵੇਗੀ। ਉਹਨਾਂ ਨੇ ਜੋ ਵੀ ਬਣਾਇਆ ਹੈ ਉਹ ਸਭ ਜਾਦੂਗਰੀ ਦਾ ਸਾਂਗ ਹੈ ਅਤੇ ਜਾਦੂਗਰ ਕਦੇ ਵੀ ਸਫਲ ਨਹੀਂ ਹੋ ਸਕਦਾ ਭਾਵੇਂ ਕਿਤੋਂ ਵੀ ਆਵੇ। 7 0 ਜਿਵੇਂ ਹੀ ਮੂਸਾ ਨੇ ਆਪਣੀ ਸੋਟੀ ਸੁੱਟੀ, ਸੋਟੀ ਇੱਕ ਅਜਗਰ ਬਣ ਗਈ ਅਤੇ ਜਾਦੂਗਰਾਂ ਵੱਲੋਂ ਸੁੱਟੀਆਂ ਹੋਈਆਂ ਸੋਟੀਆਂ ਦੇ ਬਣੇ ਹੋਏ ਸੱਪਾਂ ਨੂੰ ਖਾ ਗਈ। ਜਦੋਂ ਜਾਦੂਗਰਾਂ ਨੇ ਇਹ ਵੇਖਿਆ ਤਾਂ ਸਾਰੇ ਜਾਦੂਗਰ ਸਿਜਦੇ ਵਿੱਚ ਡਿੱਗ ਪਏ ਅਤੇ ਕਹਿਣ ਲੱਗੇ ਕਿ ਅਸੀਂ ਮੂਸਾ ਤੇ ਹਾਰੂਨ ਦੇ ਰੱਬ ਤੇ ਈਮਾਨ ਲਿਆਏ ਹਾਂ। 7 1 ਫਿਰੌਨ ਨੇ ਗੁੱਸੇ ਵਿੱਚ ਆਖਿਆ ਕਿ ਮੈਥੋਂ ਪੁੱਛੇ ਬਿਨਾਂ ਹੀ ਤੁਸੀਂ ਉਸ ਅੱਲਾਹ ਤੇ ਈਮਾਨ ਲੈ ਆਏ। ਅਸਲ ਵਿੱਚ ਇਹ ਮੂਸਾ ਤੁਹਾਡਾ ਗੁਰੂ ਹੈ ਜਿਸ ਤੋਂ ਤੁਸੀਂ ਜਾਦੂ ਸਿੱਖਦੇ ਹੋ। ਮੈਂ ਤੁਹਾਡਾ ਇੱਕ ਪਾਸੇ ਦਾ ਹੱਥ ਅਤੇ ਦੂਜੇ ਪਾਸੇ ਦਾ ਪੈਰ ਵਡਾ ਦਿਆਂਗਾ ਅਤੇ ਤੁਹਾਨੂੰ ਸਾਰਿਆਂ ਨੂੰ ਖਜੂਰ ਦੇ ਪੋਰਿਆਂ
ਤੇ ਸੂਲੀ, ਤੇ ਚਾੜਾਂਗਾ ਅਤੇ ਫਿਰ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਸਾਡੇ ਦੋਹਾਂ, ਅੱਲਾਹ ਤੇ ਫਿਰੌਨ ਵਿੱਚੋਂ ਕਿਸ ਦੀ ਸਜ਼ਾ ਵਧੇਰੇ ਕਰੜੀ ਤੇ ਸਦੀਵੀ ਹੈ। 7 ਉਹਨਾਂ ਜਾਦੂਗਰਾਂ ਨੇ ਜਵਾਬ ਵਿੱਚ ਕਿਹਾ ਕਿ ਇਹ ਗੱਲ ਅਸੰਭਵ ਹੈ ਕਿ ਉਹਨਾਂ ਦਲੀਲਾਂ ਦੇ ਅੱਗੇ ਜਿਹੜੀਆਂ ਸਾਡੇ ਸਾਹਮਣੇ ਆ ਚੁੱਕੀਆਂ ਹਨ ਅਤੇ ਉਸ ਅੱਲਾਹ ਦੀ ਜ਼ਾਤ ਦੇ ਮੁਕਾਬਲੇ ਵਿੱਚ ਜਿਸ ਨੇ ਸਾਨੂੰ ਪੈਦਾ ਕੀਤਾ ਹੈ, ਅਸੀਂ ਤੈਨੂੰ ਫਿਰੌਨ ਨੂੰ ਪਹਿਲ ਦੇ। ਹੁਣ ਜੋ ਵੀ ਤੂੰ ਕਰਨਾ ਚਾਹੁੰਦਾ ਹੈ ਕਰ ਲੈ। ਤੂੰ ਜੋ ਵੀ ਹੁਕਮ ਚਲਾ ਸਕਦਾ ਹੈ ਉਹ ਕੇਵਲ ਇਸੇ ਜੀਵਨ ਤੱਕ ਹੀ ਸੀਮਤ ਹੈ। 7 ਅਸੀਂ ਜਾਦੂਗਰ ਇਸ ਲਈ ਆਪਣੇ ਪਾਲਣਹਾਰ ਤੇ ਈਮਾਨ ਲਿਆਏ ਹਾਂ ਕਿ ਉਹ ਸਾਡੀਆਂ ਗਲਤੀਆਂ ਨੂੰ ਮੁਆਫ ਕਰ ਦੇਵੇਗਾ ਅਤੇ ਵਿਸ਼ੇਸ਼ ਕਰ ਇਹ ਜਾਦੂਗਰੀ ਜਿਸ ਲਈ ਤੂੰ ਸਾਨੂੰ ਮਜਬੂਰ ਕੀਤਾ ਹੈ। ਅੱਲਾਹ ਹੀ ਵਧੀਆ ਬਦਲਾ ਦੇਣ ਵਾਲਾ ਹੈ ਅਤੇ ਉਹੀ ਉਹ ਸਦਾ ਰਹਿਣ ਵਾਲਾ ਹੈ। 7 ਅਸਲ ਵਿੱਚ ਜੋ ਵੀ ਵਿਅਕਤੀ ਅਪਰਾਧੀ ਬਣ ਕੇ ਅੱਲਾਹ ਦੇ ਹਜ਼ੂਰ ਪੇਸ਼ ਹੋਵੇਗਾ ਉਸ ਲਈ ਨਰਕ ਹੈ ਜਿੱਥੇ ਨਾ ਤਾਂ ਉਹ ਮਰ ਸਕੇਗਾ ਤੇ ਨਾ ਹੀ ਜੀ ਸਕੇਗਾ। 7 ਅਤੇ ਜਿਹੜਾ ਵੀ ਈਮਾਨ ਦੀ ਹਾਲਤ ਵਿੱਚ ਹਾਜ਼ਰ ਹੋਵੇਗਾ ਤੇ ਉਸਨੇ ਅਮਲ ਵੀ ਨੇਕ ਕੀਤੇ ਹੋਣਗੇ ਉਸ ਲਈ ਉੱਚੇ ਮਰਾਤਬੇ ਹੋਣਗੇ। 7 ਭਾਵ ਰਹਿਣ ਲਈ ਸਦਾ ਬਹਾਰ ਬਾਗ ਹੋਣਗੇ ਜਿਨ੍ਹਾਂ ਹੇਠ ਨਹਿਰਾਂ ਵਗਦੀਆਂ ਹੋਣਗੀਆਂ ਜਿੱਥੇ ਉਹ ਨੇਕ ਲੋਕ ਹਮੇਸ਼ਾ ਲਈ ਰਹਿਣਗੇ। ਇਹੋ ਇਨਾਮ ਹੈ ਹਰ ਉਸ ਵਿਅਕਤੀ ਦਾ ਜਿਹੜਾ ਗੁਨਾਹਾਂ ਤੋਂ ਪਾਕ ਹੋਵੇਗਾ। 7 ਅਸਾਂ ਮੂਸਾ ਵੱਲ ਪੈਗਾਮ ਭੇਜਿਆ ਕਿ ਤੂੰ ਰਾਤੋਂ ਰਾਤ ਮੇਰੇ ਬੰਦਿਆਂ ਨੂੰ ਇੱਥੋਂ ਲੈ ਕੇ ਨਿਕਲ ਜਾ ਅਤੇ ਉਹਨਾਂ ਲਈ ਦਰਿਆ ਵਿੱਚ ਸੋਟੀ ਮਾਰ ਕੇ ਸੁੱਕਾ ਰਾਹ ਬਣਾ। ਫੇਰ ਨਾ ਤਾਂ ਤੈਨੂੰ ਕਿਸੇ ਵੱਲੋਂ ਪਿੱਛਾ ਕਰਨ ਦੀ ਚਿੰਤਾ ਹੋਵੇਗੀ ਤੇ ਨਾ ਹੀ ਡੁੱਬਣ ਦਾ ਕੋਈ ਡਰ ਹੋਵੇਗਾ। 7 ਫਿਰੌਨ ਨੇ ਆਪਣੀਆਂ ਫੌਜਾਂ ਲੈ ਕੇ ਉਹਨਾਂ ਮੂਸਾ ਅਤੇ ਸਾਥੀਆਂ ਦਾ ਪਿੱਛਾ ਕੀਤਾ ਤਾਂ ਦਰਿਆ ਦੇ ਪਾਣੀ ਨੇ ਉਹਨਾਂ ਨੂੰ ਘੇਰ ਲਿਆ ਜਿਵੇਂ ਕਿ ਉਸ ਦਾ ਹੱਕ ਬਣਦਾ ਸੀ। 7 ਫਿਰੌਨ ਨੇ ਆਪਣੀ ਕੌਮ ਨੂੰ ਕੁਰਾਹੇ ਹੀ ਪਾਇਆ ਸੀ, ਸਿੱਧੇ ਰਾਹ ਨਹੀਂ ਸੀ ਪਾਇਆ। 8 ਅੱਲਾਹ ਨੇ ਫਰਮਾਇਆ, ਹੇ ਬਨੀ ਇਸਰਾਈਲ, ਅਸੀਂ ਤੁਹਾਨੂੰ ਤੁਹਾਡੇ ਵੈਰੀਆਂ ਤੋਂ ਮੁਕਤ ਕਰਵਾਇਆ ਅਤੇ ਅਸੀਂ ਤੁਹਾਨੂੰ ਤੂਰ ਪਹਾੜ ਦੇ ਸੱਜੇ ਪਾਸੇ ਤੌਰੈਤ ਦੇਣ ਦਾ ਵਾਅਦਾ ਕੀਤਾ ਸੀ ਅਤੇ ਤੁਹਾਡੇ ਲਈ ਆਕਾਸ਼ ਤੋਂ ਮਨ ਤੇ ਸਲਵਾ ਵੀ ਉਤਾਰਿਆ ਸੀ। 8 ਜਿਹੜੀਆਂ ਵੀ ਪਾਕ ਚੀਜ਼ਾਂ ਅਸੀਂ ਤੁਹਾਨੂੰ ਬਖਸ਼ੀਆਂ ਹਨ ਉਹਨਾਂ ਵਿੱਚੋਂ ਹੀ ਖਾਇਆ ਕਰੋ ਅਤੇ ਇਸ ਤੋਂ ਅੱਗੇ ਨਾ ਵਧੋ, ਨਹੀਂ ਤਾਂ ਤੁਹਾਡੇ ਤੇ ਮੇਰਾ ਗਜ਼ਬ ਕਰੋਪ ਨਾਜ਼ਿਲ ਹੋਵੇਗਾ ਤੇ ਜਿਸ ਉੱਤੇ ਵੀ ਮੇਰਾ ਗਜ਼ਬ ਆ ਜਾਵੇ ਉਹ ਬਰਬਾਦ ਹੋ ਜਾਂਦਾ ਹੈ। 8 ਅਤੇ ਜਿਹੜੇ ਅੱਲਾਹ ਦੀ ਨਾ ਫਰਮਾਨੀ ਤੋਂ ਤੌਬਾ ਕਰਨ, ਫੇਰ ਈਮਾਨ ਲਿਆਉਣ ਤੇ ਨੇਕ ਕੰਮ ਵੀ ਕਰਨ ਅਤੇ ਫੇਰ ਸਿੱਧੀ ਰਾਹ ਤੇ ਹੀ ਰਹਿਣ, ਬੇਸ਼ੱਕ ਮੈਂ ਅਤਿਅੰਤ ਬਖਸ਼ਣਹਾਰ ਹਾਂ। 8 ਜਦੋਂ ਮੂਸਾ ਹਾਰੂਨ ਤੇ ਬਨੀ ਇਸਰਾਈਲੀਆਂ ਨੂੰ ਛੱਡ ਕੇ ਰੱਬ ਨੂੰ ਮਿਲਣ ਲਈ ਤੂਰ ਪਹਾੜ ਤੇ ਆਏ ਤਾਂ ਅੱਲਾਹ ਨੇ ਪੁੱਛਿਆ ਕਿ ਮੂਸਾ ਤੂੰ ਆਪਣੀ ਕੌਮ ਤੋਂ ਅੱਗੇ ਚੱਲਣ ਵਿੱਚ ਛੇਤੀ ਕਿਉਂ ਕੀਤੀ। 8 ਮੂਸਾ ਨੇ ਕਿਹਾ ਕਿ ਉਹ ਲੋਕ ਵੀ ਮੇਰੇ ਪਿੱਛੇ ਆ ਰਹੇ ਹਨ ਅਤੇ ਹੇ ਰੱਬ, ਮੈਨੇ ਤੇਰੇ ਵੱਲ ਆਉਣ ਵਿੱਚ ਛੇਤੀ ਇਸ ਲਈ ਕੀਤੀ ਕਿ ਤੂੰ ਖੁਸ਼ ਹੋ ਜਾਵੇ। 8 ਅੱਲਾਹ ਨੇ ਫਰਮਾਇਆ ਕਿ ਅਸੀਂ ਤੇਰੇ ਪਿੱਛੋਂ ਤੇਰੀ ਕੌਮ ਨੂੰ ਇੱਕ ਅਜ਼ਮਾਇਸ਼ ਵਿੱਚ ਪਾ ਦਿੱਤਾ ਹੈ, ਉਹਨਾਂ ਨੂੰ ਸਾਮਰੀ ਨੇ ਕੁਰਾਹੇ ਪਾ ਦਿੱਤਾ ਹੈ। 8 ਫਿਰ ਮੂਸਾ ਅਤਿਅੰਤ ਗੁੱਸੇ ਅਤੇ ਦੁਖੀ ਹੋ ਕੇ ਆਪਣੀ ਕੌਮ ਵੱਲ ਪਰਤਿਆ ਤੇ ਆਖਣ ਲੱਗਾ ਕਿ ਹੇ ਮੇਰੀ ਕੌਮ ਵਾਲਿਓ, ਕੀ ਤੁਹਾਡੇ ਰੱਬ ਨੇ ਤੁਹਾਡੇ ਨਾਲ ਨੇਕ ਵਾਅਦਾ ਨਹੀਂ ਸੀ ਕੀਤਾ? ਕੀ ਤੁਹਾਨੂੰ ਮੇਰੀ ਜੁਦਾਈ ਦਾ ਸਮਾਂ ਲੰਮਾ ਲੱਗ ਰਿਹਾ ਸੀ ਜਾਂ ਤੁਸੀਂ ਇਹ ਚਾਹੁੰਦੇ ਹੋ ਕਿ ਤੁਹਾਡੇ ਤੇ ਤੁਹਾਡੇ ਪਾਲਣਹਾਰ ਦਾ ਕਰੋਪ ਨਾਜ਼ਿਲ ਹੋਵੇ? ਤੁਸੀਂ ਮੇਰੇ ਨਾਲ ਕੀਤੇ ਹੋਏ ਵਚਨਾਂ ਤੋਂ ਫਿਰ ਗਏ ਕਿ ਅਸੀਂ ਤੁਹਾਡਾ ਕਹਿਣਾ ਮੰਨਾਂਗੇ, ਤੁਸੀਂ ਸਾਨੂੰ ਫਿਰੌਨ ਤੋਂ ਬਚਾਓ। 8 ਉਹਨਾਂ ਬਨੀ ਇਸਰਾਈਲੀਆਂ ਨੇ ਉੱਤਰ ਵਿੱਚ ਕਿਹਾ ਕਿ ਅਸੀਂ ਤੁਹਾਡੇ ਨਾਲ ਵਚਨਾਂ ਦੀ ਉਲੰਘਣਾ ਆਪਣੀ ਮਰਜ਼ੀ ਨਾਲ ਨਹੀਂ ਕੀਤੀ, ਸਾਥੋਂ ਫਿਰੌਨ ਦੀ ਕੌਮ ਦੇ ਗਹਿਣਾਂ ਦਾ ਭਾਰ ਚੁਕਵਾਇਆ ਗਿਆ ਸੀ।
ਅਸੀਂ ਉਹਨਾਂ ਨੂੰ ਅੱਗ ਵਿੱਚ ਸੁੱਟ ਦਿੱਤਾ ਸੀ ਅਤੇ ਇੰਜ ਹੀ ਸਾਮਰੀ ਨੇ ਵੀ ਗਹਿਣੇ ਅੱਗ ਵਿੱਚ ਸੁੱਟ ਦਿੱਤੇ ਸੀ। 8 ਫਿਰ ਉਸ ਸਾਮਰੀ ਨੇ ਉਹਨਾਂ ਬਨੀ ਇਸਰਾਈਲੀਆਂ ਲਈ ਗਹਿਣਿਆਂ ਦਾ ਇੱਕ ਵੱਛੇ ਦਾ ਤੜ ਬਣਾ ਦਿੱਤਾ ਜਿਸ ਵਿੱਚੋਂ ਗਊ ਦੀ ਆਵਾਜ਼ ਨਿਕਲਦੀ ਸੀ ਅਤੇ ਫਿਰ ਉਹ ਲੋਕ ਆਖਣ ਲੱਗੇ ਕਿ ਤੁਹਾਡਾ ਇਸ਼ਟ ਅਤੇ ਮੂਸਾ ਦਾ ਇਸ਼ਟ ਇਹੋ ਹੈ, ਉਹ ਮੂਸਾ ਤਾਂ ਸਾਨੂੰ ਭੁੱਲ ਗਿਆ ਹੈ। 8-9 ਕੀ ਇਹ ਕੁਰਾਹੇ ਪਏ ਹੋਏ ਲੋਕ ਇਹ ਨਹੀਂ ਸੀ ਵੇਖਦੇ ਕਿ ਇਹ ਵੱਛਾ ਉਹਨਾਂ ਦੀ ਕਿਸੇ ਗੱਲ ਦਾ ਜਵਾਬ ਨਹੀਂ ਦੇ ਸਕਦਾ ਅਤੇ ਨਾ ਹੀ ਉਹਨਾਂ ਲਈ ਲਾਭ ਹਾਨੀ ਦਾ ਕੋਈ ਅਧਿਕਾਰ ਰੱਖਦਾ ਹੈ। 9 ਜਦ ਕਿ ਹਾਰੂਨ ਨੇ ਉਹਨਾਂ ਨੂੰ ਪਹਿਲਾਂ ਹੀ ਆਖ ਦਿੱਤਾ ਸੀ ਕਿ ਇਹ ਮੇਰੀ ਕੌਮ, ਇਸ ਵੱਛੇ ਦੇ ਕਾਰਨ ਤਾਂ ਤੁਹਾਡੀ ਅਜ਼ਮਾਇਸ਼ ਕੀਤੀ ਗਈ ਹੈ, ਤੁਹਾਡਾ ਅਸਲੀ ਪਾਲਣਹਾਰ ਤਾਂ ਰਹਿਮਾਨ ਹੀ ਹੈ, ਸੋ ਤੁਸੀਂ ਸਾਰੇ ਮੇਰੇ ਪਿੱਛੇ ਲੱਗੋ ਅਤੇ ਮੇਰੀ ਹੀ ਗੱਲ ਮੰਨੋ। 9 ਪਰੰਤੂ ਉਹਨਾਂ ਨੇ ਉੱਤਰ ਦਿੱਤਾ ਕਿ ਮੂਸਾ ਦੇ ਮੁੜ ਆਉਣ ਤੱਕ ਤਾਂ ਅਸੀਂ ਇਸੇ ਵੱਛੇ ਦੀ ਹੀ ਪੂਜਾ ਕਰਾਂਗੇ। 9-2 ਫਿਰ ਮੂਸਾ ਨੇ ਹਾਰੂਨ ਨੂੰ ਕਿਹਾ ਕਿ ਇਹ ਹਾਰੂਨ, ਉਹਨਾਂ ਨੂੰ ਕੁਰਾਹੇ ਪੈਂਦੇ ਵੇਖ ਕੇ ਤੈਨੂੰ ਕਿਸ ਗੱਲ ਨੇ ਰੋਕ ਰੱਖਿਆ ਸੀ? 9-3 ਤੂੰ ਮੇਰੇ ਪਿੱਛੇ ਤੂਰ ਪਹਾੜ ਤੇ ਨਹੀਂ ਆਇਆ ਕਿ ਤੂੰ ਵੀ ਮੇਰੇ ਹੁਕਮਾਂ ਦੀ ਉਲੰਘਣਾ ਕਰਨ ਲੱਗ ਪਿਆ? 9-4 ਕਿਹਾ ਹਾਰੂਨ ਨੇ ਕਿ ਇਹ ਮੇਰੇ ਮਾਂ ਜਾਇਆ, ਤੂੰ ਮੇਰੀ ਦਾੜੀ ਨਾ ਫੜ ਅਤੇ ਮੇਰੇ ਸਿਰ ਦੇ ਵਾਲਾਂ ਨੂੰ ਨਾ ਖਿੱਚ, ਮੈਂ ਤਾਂ ਇਸ ਗੱਲ ਤੋਂ ਡਰਦਾ ਸੀ ਕਿ ਤੁਸੀਂ ਆ ਕੇ ਇਹ ਨਾ ਆਖੋ ਕਿ ਤੂੰ ਬਨੀ ਇਸਰਾਈਲ ਵਿੱਚ ਫੁੱਟ ਪਾ ਦਿੱਤੀ ਹੈ, ਮੇਰੀ ਗੱਲ ਦਾ ਧਿਆਨ ਨਹੀਂ ਰੱਖਿਆ। 9-5 ਪੁੱਛਿਆ ਮੂਸਾ ਨੇ ਕਿ ਇਹ ਸਾਮਰੀ, ਤੇਰਾ ਮਾਮਲਾ ਕੀ ਹੈ? 9-6 ਉਸ ਸਾਮਰੀ ਨੇ ਕਿਹਾ ਕਿ ਮੈਂ ਇੱਕੋ ਚੀਜ਼ ਵੇਖੀ ਹੈ ਜਿਹੜੀ ਇਹਨਾਂ ਲੋਕਾਂ ਨੇ ਨਹੀਂ ਸੀ ਵੇਖੀ। ਮੈਨੇ ਜਿਬਰਾਈਲ ਦੇ ਘੋੜੇ ਦੇ ਪੈਰਾਂ ਦੀ ਮਿੱਟੀ ਚੋਂ ਇੱਕ ਮੁੱਠ ਚੁੱਕ ਲਈ ਤੇ ਉਸ ਨੂੰ ਅੱਗ ਵਿੱਚ ਸੁੱਟ ਦਿੱਤਾ। ਮੇਰੇ ਮਨ ਨੇ ਮੈਨੂੰ ਇਹੋ ਸੁਝਾਇਆ ਸੀ। 9-7 ਮੂਸਾ ਨੇ ਕਿਹਾ ਕਿ ਚੰਗਾ ਤੂੰ ਜਾ, ਹੁਣ ਸਾਰੀ ਉਮਰ ਤੇਰੀ ਇਹੋ ਸਜ਼ਾ ਹੈ ਕਿ ਤੂੰ ਲੋਕਾਂ ਨੂੰ ਆਖਿਆ ਕਰੇਗਾ ਕਿ ਮੈਨੂੰ ਨਾ ਛੂਣਾ ਅਤੇ ਤੇਰੇ ਲਈ ਆਖਿਰਤ ਦੀ ਸਜ਼ਾ ਦਾ ਇੱਕ ਹੋਰ ਵੀ ਵਾਅਦਾ ਹੈ ਜਿਹੜਾ ਟਲਣ ਵਾਲਾ ਨਹੀਂ। ਫਿਰ ਤੂੰ ਆਪਣੇ ਇਸ ਇਸ਼ਟ ਨੂੰ ਵੀ ਵੇਖ ਲਈਂ ਜਿਸ ਦੀ ਤੂੰ ਪੂਜਾ ਕਰਦਾ ਸੀ, ਅਸੀਂ ਇਸ ਨੂੰ ਅੱਗ ਵਿੱਚ ਸਾੜ ਦਿਆਂਗੇ ਅਤੇ ਚੂਰਾ-ਚੂਰਾ ਕਰਕੇ ਦਰਿਆ ਵਿੱਚ ਸੁੱਟ ਦਿਆਂਗੇ। 9-8 ਹਕੀਕਤ ਇਹ ਹੈ ਕਿ ਤੁਹਾਡਾ ਸਭ ਦਾ ਇਸ਼ਟ ਕੇਵਲ ਇੱਕ ਅੱਲਾਹ ਹੈ, ਉਸ ਤੋਂ ਛੁੱਟ ਹੋਰ ਕੋਈ ਵੀ ਪੂਜਣ ਯੋਗ ਨਹੀਂ ਅਤੇ ਉਸ ਦਾ ਗਿਆਨ ਹਰੇਕ ਚੀਜ਼ ਤੇ ਭਾਰੂ ਹੈ। 9-9 ਇਸ ਪ੍ਰਕਾਰ, ਹੇ ਮੁਹੰਮਦ ਸੱਸਾ, ਅਸੀਂ ਤੁਹਾਡੇ ਸਾਹਮਣੇ ਪਿਛਲੇ ਵਾਪਰੇ ਹੋਏ ਹਾਲਾਤ ਰੱਖ ਰਹੇ ਹਾਂ ਅਤੇ ਅਸੀਂ ਆਪਣੇ ਕੋਲੋਂ ਤੁਹਾਨੂੰ ਇੱਕ ਨਸੀਹਤ, ਕੁਰਾਨ ਬਖਸ਼ ਚੁੱਕੇ ਹਾਂ। 1-0 ਜਿਹੜਾ ਵੀ ਇਸ ਨਸੀਹਤ ਤੋਂ ਮੂੰਹ ਮੋੜੇਗਾ ਉਹ ਕਿਆਮਤ ਵਾਲੇ ਦਿਨ ਆਪਣੇ ਪਾਪਾਂ ਦਾ ਭਾਰ ਆਪ ਹੀ ਚੁੱਕੇਗਾ। 1-1 ਉਹ ਪਾਪੀ ਉਸੇ ਬਿਪਤਾ ਵਿੱਚ ਸਦਾ ਲਈ ਫਸੇ ਰਹਿਣਗੇ ਅਤੇ ਕਿਆਮਤ ਦਿਹਾੜੇ ਇਹ ਪਾਪਾਂ ਦਾ ਭਾਰ ਉਹਨਾਂ ਲਈ ਬੜਾ ਹੀ ਦੁਖਦਾਈ ਹੋਵੇਗਾ। 1-2 ਜਿਸ ਦਿਨ ਬਿਗੁਲ ਨਰਸਿੰਗਾ ਵਜਾਇਆ ਜਾਵੇਗੇ, ਉਸ ਦਿਨ ਅਸੀਂ ਸਾਰੇ ਅਪਰਾਧੀਆਂ ਨੂੰ ਇਕੱਠਾ ਕਰਾਂਗੇ ਜਿਨ੍ਹਾਂ ਦੀਆਂ ਅੱਖਾਂ ਨੀਲੀਆਂ ਪੀਲੀਆਂ ਹੋ ਰਹੀਆਂ ਹੋਣਗੀਆਂ। 1-3 ਉਹ ਪਾਪੀ ਆਪਸ ਵਿੱਚ ਹੌਲੀ ਗੱਲਾਂ ਕਰਨਗੇ ਕਿ ਅਸੀਂ ਤਾਂ ਸੰਸਾਰ ਵਿੱਚ ਕੇਵਲ 10 ਦਿਨ ਹੀ ਰਹੇ ਸੀ। 1-4 ਉਹ ਜੋ ਕਹਿ ਰਹੇ ਹਨ ਅਸੀਂ ਉਸ ਦੀ ਸੱਚਾਈ ਨੂੰ ਜਾਣਦੇ ਹਾਂ, ਉਹਨਾਂ ਪਾਪੀਆਂ ਵਿੱਚੋਂ ਜਿਹੜਾ ਸੂਝਵਾਨ ਹੋਵੇਗਾ ਉਹ ਕਹੇਗਾ ਕਿ ਤੁਸੀਂ ਤਾਂ ਕੇਵਲ ਸੰਸਾਰ ਵਿੱਚ ਇੱਕ ਦਿਨ ਹੀ ਰਹੇ ਸੀ। 1-5 ਹੇ ਨਬੀ, ਉਹ ਕਾਫਿਰ ਤੁਹਾਥੋਂ ਪਹਾੜਾਂ ਬਾਰੇ ਪੁੱਛਦੇ ਹਨ, ਤੁਸੀਂ ਆਖੋ ਕਿ ਕਿਆਮਤ ਦਿਹਾੜੇ ਉਹਨਾਂ ਨੂੰ ਮੇਰਾ ਮਾਲਿਕ ਧੂੜ ਬਣਾ ਕੇ ਉਡਾ ਦੇਵੇਗਾ।
ਇੱਕ 06 ਅਤੇ ਧਰਤੀ ਨੂੰ ਰੜਾ ਮੈਦਾਨ ਬਣਾ ਦੇਵੇਗਾ। ਇੱਕ 07 ਜਿਸ ਵਿੱਚ ਨਾ ਤਾਂ ਕੋਈ ਮੋੜ ਹੋਵੇਗਾ ਤੇ ਨਾ ਹੀ ਕੋਈ ਉਚਾਈ ਹੋਵੇਗੀ। ਇੱਕ 08 ਉਸ ਦਿਨ ਸਾਰੇ ਲੋਕੀ ਬੁਲਾਉਣ ਵਾਲੇ ਫਰਿਸ਼ਤੇ ਦੇ ਪਿੱਛੇ ਤੁਰਨਗੇ ਜਿਸ ਦੇ ਸਾਹਮਣੇ ਕੋਈ ਆਕੜ ਨਹੀਂ ਵਿਖਾ ਸਕੇਗਾ ਅਤੇ ਰਹਿਮਾਨ ਦੇ ਅੱਗੇ ਸਾਰੀਆਂ ਆਵਾਜ਼ਾਂ ਦਬ ਜਾਣਗੀਆਂ। ਇੱਕ ਸਰਸਰਾਹਟ ਤੋਂ ਛੁੱਟ ਹੋਰ ਕੁਝ ਵੀ ਸੁਣਾਈ ਨਹੀਂ ਦੇਵੇਗਾ। ਇੱਕ 09 ਉਸ ਕਿਆਮਤ ਵਾਲੇ ਦਿਨ ਕੋਈ ਵੀ ਸਿਫਾਰਸ਼ ਕੰਮ ਨਹੀਂ ਆਵੇਗੀ ਪਰ ਉਹ ਕੰਮ ਆਵੇਗੀ ਜਿਸ ਨੂੰ ਰਹਿਮਾਨ ਸਿਫਾਰਸ਼ ਕਰਨ ਦੀ ਆਗਿਆ ਦੇਵੇ ਅਤੇ ਉਸ ਦੀ ਗੱਲ ਨੂੰ ਪਸੰਦ ਵੀ ਕਰੇ। ਇੱਕ 0 ਜੋ ਕੁਝ ਵੀ ਉਹਨਾਂ ਲੋਕਾਂ ਦਾ ਅਗਲਾ ਪਿਛਲਾ ਹਾਲ ਹੈ ਉਸ ਨੂੰ ਉਹ ਅੱਲਾਹ ਜਾਣਦਾ ਹੈ। ਲੋਕਾਂ ਦਾ ਗਿਆਨ ਉਸ ਅੱਲਾਹ ਦੇ ਗਿਆਨ ਤੇ ਭਾਰੂ ਨਹੀਂ ਹੋ ਸਕਦਾ। ਇੱਕ ਸਾਰੇ ਲੋਕਾਂ ਦੇ ਚਿਹਰੇ ਸੀਸ ਉਸ ਸਦਾ ਜੀਵਿਤ ਅਤੇ ਸਦਾ ਕਾਇਮ ਰਹਿਣ ਵਾਲੇ ਅੱਲਾਹ ਦੇ ਅੱਗੇ ਝੁਕੇ ਹੋਏ ਹੋਣਗੇ। ਉਹ ਬਰਬਾਦ ਹੋ ਜਾਵੇਗਾ ਜਿਸ ਨੇ ਆਪਣੇ ਸਿਰ ਤੇ ਜ਼ੁਲਮ ਭਾਵ ਸ਼ਿਰਕ ਦਾ ਭਾਰ ਚੁੱਕ ਲਿਆ। ਇੱਕ 2 ਅਤੇ ਜਿਹੜਾ ਭਲੇ ਕੰਮ ਕਰੇ ਅਤੇ ਹੋਵੇ ਵੀ ਈਮਾਨ ਵਾਲਾ ਤਾਂ ਉਸ ਨੂੰ ਨਾ ਤਾਂ ਵਧੀਕੀ ਹੋਣ ਦਾ ਡਰ ਹੋਵੇਗਾ ਤੇ ਨਾ ਹੀ ਕਿਸੇ ਹੱਕ ਮਰਨ ਦਾ ਡਰ ਹੋਵੇਗਾ। ਇੱਕ 3 ਇਸੇ ਕਾਰਨ ਅਸੀਂ ਤੇਰੇ ਤੇ ਹੈ ਨਬੀ ਅਰਬੀ ਕੁਰਾਨ ਉਤਾਰਿਆ ਹੈ ਅਤੇ ਇਸ ਵਿੱਚ ਤਰ੍ਹਾਂ ਨਾਲ ਚੇਤਾਵਨੀਆਂ ਸੁਣਾਈਆਂ ਗਈਆਂ ਹਨ ਤਾਂ ਜੋ ਲੋਕੀ ਬੁਰਾਈਆਂ ਤੋਂ ਬਚ ਜਾਣ ਜਾਂ ਉਹਨਾਂ ਦੇ ਮਨ ਵਿੱਚ ਨਸੀਹਤ ਗ੍ਰਹਿਣ ਕਰਨ ਵਾਲੇ ਲੱਛਣ ਪੈਦਾ ਹੋਣ। ਇੱਕ 400 ਅੱਲਾਹ ਉੱਚੀਆਂ ਸ਼ਾਨਾਂ ਵਾਲਾ ਸੱਚਾ ਪਾਤਸ਼ਾਹ ਹੈ। ਹੇ ਮੁਹੰਮਦ ਸੱਸਾ ਤੁਸੀਂ ਕੁਰਾਨ ਪੜ੍ਹਨ ਵਿੱਚ ਕਾਹਲੀ ਨਾ ਕਰਿਆ ਕਰੋ ਜਦੋਂ ਤੱਕ ਕਿ ਤੁਹਾਡੇ ਵੱਲ ਨਾਜ਼ਿਲ ਕੀਤੀ ਜਾ ਰਹੀ ਵਹੀ ਪੂਰੀ ਨਾ ਹੋ ਜਾਵੇ। ਹਾਂ, ਇਹ ਦੁਆ ਕਰਿਆ ਕਰੋ ਕਿ ਹੇ ਮੇਰੇ ਮਾਲਿਕ, ਮੇਰੇ ਗਿਆਨ ਵਿੱਚ ਵਾਧਾ ਕਰ। ਇੱਕ 5 ਇਸ ਤੋਂ ਪਹਿਲਾਂ ਅਸੀਂ ਆਦਮ ਤੋਂ ਇੱਕ ਵਾਅਦਾ ਲਿਆ ਸੀ ਕਿ ਸ਼ੈਤਾਨ ਦੀਆਂ ਗੱਲਾਂ ਵਿੱਚ ਨਹੀਂ ਆਉਣਾ। ਸ਼ੈਤਾਨ ਤੇਰਾ ਵੈਰੀ ਹੈ, ਪਰੰਤੂ ਉਹ ਭੁੱਲ ਗਿਆ ਅਸੀਂ ਉਸ ਵਿੱਚ ਦ੍ਰਿੜਤਾ ਨਹੀਂ ਵੇਖੀ। ਇੱਕ 6 ਜਦੋਂ ਅਸੀਂ ਫਰਿਸ਼ਤਿਆਂ ਨੂੰ ਕਿਹਾ ਕਿ ਆਦਮ ਦੇ ਅੱਗੇ ਸਿਜਦਾ ਕਰੋ ਤਾਂ ਛੋਟੇ ਇਬਲੀਸ ਤੋਂ ਉਹਨਾਂ ਸਭ ਨੇ ਸਿਜਦਾ ਕੀਤਾ, ਪਰ ਉਸ ਇਬਲੀਸ ਨੇ ਇਨਕਾਰ ਕਰ ਦਿੱਤਾ। ਇੱਕ 7 ਫੇਰ ਅਸੀਂ ਕਿਹਾ ਕਿ ਹੈ ਆਦਮ, ਇਹ ਸ਼ੈਤਾਨ ਤੇਰਾ ਵੀ ਅਤੇ ਤੇਰੀ ਪਤਨੀ ਦਾ ਵੀ ਵੈਰੀ ਹੈ, ਕਿਤੇ ਇਹ ਤੁਹਾਨੂੰ ਦੋਵਾਂ ਨੂੰ ਜੰਨਤ ਚੋਂ ਨਾ ਕੱਢਵਾ ਦੇਵੇ ਅਤੇ ਤੁਸੀਂ ਕਿਸੇ ਮੁਸੀਬਤ ਵਿੱਚ ਫਸ ਜਾਓ। ਇੱਕ 8 ਇੱਥੇ ਜੰਨਤ ਵਿੱਚ ਤੁਹਾਨੂੰ ਇਹ ਸੁਵਿਧਾ ਹੈ ਕਿ ਨਾ ਭੁੱਖੇ ਰਹੋਗੇ ਤੇ ਨਾ ਹੀ ਨੰਗੇ। ਇੱਕ 9 ਅਤੇ ਨਾ ਹੀ ਇੱਥੇ ਪਿਆਸੇ ਰਹੋਗੇ ਅਤੇ ਨਾ ਹੀ ਧੁੱਪ ਲੱਗੇਗੀ। ਇੱਕ 2 0 ਪਰ ਸ਼ੈਤਾਨ ਨੇ ਉਸ ਆਦਮ ਨੂੰ ਫੁਸਲਾਇਆ ਅਤੇ ਕਹਿਣ ਲੱਗਾ ਕਿ ਹੈ ਆਦਮ, ਕੀ ਮੈਂ ਤੁਹਾਨੂੰ ਸਦੀਵੀ ਜੀਵਨ ਤੇ ਨਾ ਖਤਮ ਹੋਣ ਵਾਲੀ ਪਾਤਸ਼ਾਹੀ ਦੇਣ ਵਾਲੇ ਦਰਖਤ ਬਾਰੇ ਨਾ ਦੱਸਾਂ। ਇੱਕ 2 ਅੰਤ ਉਹਨਾਂ ਦੋਵਾਂ ਆਦਮ ਤੇ ਹਵਾ ਨੇ ਉਸ ਦਰਖਤ ਦਾ ਫਲ ਖਾ ਲਿਆ। ਸਿੱਟੇ ਵਜੋਂ ਉਹਨਾਂ ਦੋਵਾਂ ਦੀਆਂ ਸ਼ਰਮਗਾਹਾਂ ਗੁਪਤ ਅੰਗ ਉਹਨਾਂ ਤੇ ਸਪਸ਼ਟ ਹੋ ਗਏ ਅਤੇ ਆਪਣੇ ਆਪ ਨੂੰ ਜੰਨਤ ਦੇ ਪੱਤਿਆਂ ਨਾਲ ਢਕਣ ਲੱਗ ਪਈ। ਆਦਮ ਨੇ ਆਪਣੇ ਰੱਬ ਦੀ ਨਾ ਫਰਮਾਨੀ ਕੀਤੀ, ਸੋ ਉਹ ਸਿੱਧੇ ਰਾਹ ਤੋਂ ਭਟਕ ਗਿਆ। ਇੱਕ 2 ਫੇਰ ਉਸ ਨੂੰ ਉਸ ਦੇ ਰੱਬ ਨੇ ਨਵਾਜ਼ਿਆ, ਉਸ ਦੀ ਤੌਬਾ ਕਬੂਲ ਕੀਤੀ ਅਤੇ ਉਸ ਨੂੰ ਹਿਦਾਇਤ ਵਾਲੀ ਰਾਹ ਵਿਖਾਈ। ਇੱਕ 2 ਫਰਮਾਇਆ ਕਿ ਤੁਸੀਂ ਦੋਵੇਂ ਆਦਮ ਤੇ ਸ਼ੈਤਾਨ ਇੱਥੋਂ ਆਕਾਸ਼ ਤੋਂ ਧਰਤੀ ਤੇ ਇਕੱਠੇ ਉੱਤਰ ਜਾਓ। ਅੱਜ ਤੋਂ ਤੁਸੀਂ ਇੱਕ ਦੂਜੇ ਦੇ ਵੈਰੀ ਹੋ। ਹੁਣ ਜਦੋਂ ਮੇਰੇ ਵੱਲੋਂ ਤੁਹਾਨੂੰ ਕਿਤਾਬ ਤੇ ਨਬੀਆਂ ਦੁਆਰਾ ਕੋਈ ਹਿਦਾਇਤ ਪਹੁੰਚੇ ਤਾਂ ਜਿਹੜਾ ਮੇਰੀ ਹਿਦਾਇਤ ਦੀ ਪੈਰਵੀ ਕਰੇਗਾ ਉਹ ਸਿੱਧੀ ਰਾਹ ਤੋਂ ਨਹੀਂ ਭਟਕੇਗਾ, ਨਾ ਹੀ ਉਸ ਨੂੰ ਕੋਈ ਕਠਿਨਾਈ ਹੋਵੇਗੀ। ਇੱਕ 2 4 ਅਤੇ ਜੋ ਵੀ ਮੇਰੀ ਯਾਦ ਤੋਂ ਮੂੰਹ ਮੋੜੇਗਾ ਉਸ ਦਾ ਜੀਵਨ ਔਖਿਆਈ ਵਾਲਾ ਹੋਵੇਗਾ। ਕਿਆਮਤ ਦਿਹਾੜੇ ਅਸੀਂ ਉਸ ਨੂੰ ਅੰਨਾ ਕਰਕੇ ਉਠਾਵਾਂਗੇ।
ਇੱਕ ਦੋ ਪੰਜ ਉਹ ਆਖੇਗਾ ਕਿ ਹੇ ਰੱਬਾ, ਤੈਨੇ ਮੈਨੂੰ ਅੰਨਾ ਕਿਉਂ ਬਣਾਇਆ ਹੈ ਜਦੋਂ ਕਿ ਮੈਂ ਤਾਂ ਸੰਸਾਰ ਵਿੱਚ ਸੁਜਾਖਾ ਸੀ। ਇੱਕ ਦੋ ਛੇ ਰੱਬ ਆਖੇਗਾ ਕਿ ਇੰਜ ਹੀ ਹੋਣਾ ਸੀ, ਸੰਸਾਰ ਵਿੱਚ ਤੂੰ ਮੇਰੀਆਂ ਆਇਤਾਂ ਹੁਕਮਾਂ ਨੂੰ ਭੁੱਲ ਗਿਆ ਸੀ ਤਾਂ ਅੱਜ ਕਿਆਮਤ ਦਿਹਾੜੇ ਤੈਨੂੰ ਭੁਲਾ ਦਿੱਤਾ ਗਿਆ ਹੈ। ਇੱਕ ਦੋ ਸੱਤ ਹਰ ਉਸ ਵਿਅਕਤੀ ਨੂੰ ਜਿਹੜਾ ਹੱਦਾਂ ਟੱਪਣ ਵਾਲਾ ਹੈ ਅਤੇ ਨਾ ਹੀ ਉਹ ਰੱਬ ਦੀਆਂ ਆਇਤਾਂ ਤੇ ਈਮਾਨ ਰੱਖਦਾ ਹੈ, ਅਸੀਂ ਉਸ ਨੂੰ ਇੰਜ ਹੀ ਸਜ਼ਾ ਦਿਆਂਗੇ ਅਤੇ ਨਿਰਸੰਦੇਹ ਪਰਲੋਕ ਦਾ ਅਜ਼ਾਬ ਸਜ਼ਾ ਬਹੁਤ ਹੀ ਕਰੜਾ ਅਤੇ ਸਦੀਵੀ ਹੈ। ਇੱਕ ਦੋ ਅੱਠ ਕਿ ਉਹਨਾਂ ਲੋਕਾਂ ਨੇ ਇਸ ਗੱਲ ਤੋਂ ਵੀ ਕੋਈ ਸਿੱਖਿਆ ਨਹੀਂ ਲਈ ਕਿ ਅਸੀਂ ਉਹਨਾਂ ਤੋਂ ਪਹਿਲਾਂ ਕਿੰਨੀਆਂ ਹੀ ਬਸਤੀਆਂ ਤਬਾਹ ਕਰ ਚੁੱਕੇ ਹਾਂ ਜਿੱਥੇ ਅੱਜ ਇਹ ਤੁਰਦੇ ਫਿਰਦੇ ਹਨ। ਸੂਝਵਾਨ ਵਿਅਕਤੀਆਂ ਲਈ ਇਹਨਾਂ ਵਿੱਚ ਅਨੇਕਾਂ ਨਿਸ਼ਾਨੀਆਂ ਹਨ। ਇੱਕ ਦੋ ਨੌ ਜੇ ਤੇਰੇ ਰੱਬ ਵੱਲੋਂ ਪਹਿਲਾਂ ਹੀ ਅਜ਼ਾਬ ਨਾ ਭੇਜਣ ਦੀ ਗੱਲ ਨਿਸ਼ਚਿਤ ਨਾ ਕੀਤੀ ਹੁੰਦੀ ਅਤੇ ਕਿਆਮਤ ਲਈ ਇੱਕ ਸਮਾਂ ਨਿਯਤ ਨਾ ਕੀਤਾ ਹੁੰਦਾ ਤਾਂ ਹੈ ਨਬੀ ਸੱਸਾ ਉਹਨਾਂ ਨੂੰ ਉਸੇ ਸਮੇਂ ਜਦੋਂ ਤੁਹਾਡਾ ਇਨਕਾਰ ਕਰ ਰਹੇ ਸੀ ਅਜ਼ਾਬ ਆ ਚਿਮੜਦਾ। 1-3-0 ਹੈ ਨਬੀ ਸੱਸਾ ਤੁਸੀਂ ਉਹਨਾਂ ਕਾਫਿਰਾਂ ਦੀਆਂ ਗੱਲਾਂ ਤੇ ਸਬਰ ਕਰੋ, ਸੂਰਜ ਨਿਕਲਣ ਤੋਂ ਪਹਿਲਾਂ ਅਤੇ ਇਸ ਦੇ ਡੋਬਣ ਤੋਂ ਪਹਿਲਾਂ ਅਤੇ ਰਾਤ ਦੀਆਂ ਘੜੀਆਂ ਵਿੱਚ ਵੀ ਅਤੇ ਦਿਨ ਦੀਆਂ ਹੱਦਾਂ ਖਤਮ ਤੇ ਸ਼ੁਰੂ ਹੋਣ ਤੇ ਵੀ ਤੁਸੀਂ ਆਪਣੇ ਰੱਬ ਦੀ ਤਸਬੀਹ ਕਰਦੇ ਰਹੋ। ਹੋ ਸਕਦਾ ਹੈ ਕਿ ਜੋ ਇਸ ਦੇ ਬਦਲੇ ਵਿੱਚ ਰੱਬ ਤੁਹਾਨੂੰ ਸਫਲਤਾ ਬਖਸ਼ੇ ਅਤੇ ਤੁਸੀਂ ਰਾਜ਼ੀ ਸੰਤੁਸ਼ਟ ਹੋ ਜਾਓ। 1-3-1 ਹੈ ਨਬੀ ਸੱਸਾ ਤੁਸੀਂ ਅੱਖ ਚੁੱਕ ਕੇ ਵੀ ਉਹਨਾਂ ਚੀਜ਼ਾਂ ਵੱਲ ਨਾ ਵੇਖਣਾ ਜਿਹੜੀਆਂ ਅਸੀਂ ਉਹਨਾਂ ਵਿੱਚੋਂ ਵੱਖ ਲੋਕਾਂ ਨੂੰ ਸੰਸਾਰਿਕ ਜੀਵਨ ਦੀ ਠਾਠ ਬਾਠ ਲਈ ਦਿੱਤੀਆਂ ਹੋਈਆਂ ਹਨ, ਤਾਂ ਜੋ ਅਸੀਂ ਉਹਨਾਂ ਨੂੰ ਇਹਨਾਂ ਚੀਜ਼ਾਂ ਰਾਹੀਂ ਪਰਖੀਏ। ਤੇਰੇ ਪਾਲਣਹਾਰ ਦਾ ਦਿੱਤਾ ਹੋਇਆ ਰਿਜ਼ਕ ਹੀ ਸਭ ਤੋਂ ਵਧੀਆ ਅਤੇ ਸਦਾ ਰਹਿਣ ਵਾਲਾ ਹੈ। 1-3-2 ਹੈ ਨਬੀ ਸੱਸਾ ਆਪਣੇ ਘਰ ਵਾਲਿਆਂ ਨੂੰ ਨਮਾਜ਼ ਲਈ ਪ੍ਰੇਰਿਤ ਕਰੋ ਅਤੇ ਆਪ ਵੀ ਉਸ ਦੇ ਪਾਬੰਦ ਰਹੋ। ਅਸੀਂ ਅੱਲਾਹ ਤੋਂ ਹੱਥੋਂ ਕੋਈ ਰੋਜ਼ੀ ਨਹੀਂ ਮੰਗਦੇ ਸਗੋਂ ਅਸੀਂ ਤਾਂ ਆਪ ਹੀ ਤੁਹਾਨੂੰ ਰੋਜ਼ੀ ਦੇਣ ਵਾਲੇ ਹਾਂ, ਅੰਤ ਵਿੱਚ ਸਫਲਤਾ ਪਰਹੇਜ਼ਗਾਰਾਂ ਨੂੰ ਹੀ ਮਿਲੇਗੀ। 1-3-3 ਅਤੇ ਕਾਫਿਰ ਕਹਿਣ ਲੱਗੇ ਕਿ ਇਹ ਨਬੀ ਮੁਹੰਮਦ ਸੱਸਾ ਮੁਸਕਰਾਉਂਦਾ ਚਿਹਰਾ ਸਾਡੇ ਕੋਲ ਆਪਣੇ ਪਾਲਣਹਾਰ ਵੱਲੋਂ ਕੋਈ ਨਬੀ ਹੋਣ ਦੀ ਨਿਸ਼ਾਨੀ ਕਿਉਂ ਨਹੀਂ ਲਿਆਇਆ? ਕੀ ਉਹਨਾਂ ਕਾਫਿਰਾਂ ਕੋਲ ਪਹਿਲੀਆਂ ਕਿਤਾਬਾਂ ਤੌਰੈਤ, ਜ਼ਬੂਰ, ਇੰਜੀਲ ਵਿੱਚ ਸਪਸ਼ਟ ਦਲੀਲਾਂ ਨਹੀਂ ਆ ਚੁੱਕੀਆਂ? 1-3-4 ਜੇ ਅਸੀਂ ਇਸ ਨਬੀ ਤੋਂ ਪਹਿਲਾਂ ਹੀ ਉਹਨਾਂ ਕਾਫਿਰਾਂ ਨੂੰ ਕਿਸੇ ਅਜ਼ਾਬ ਵਿੱਚ ਹਲਾਕ ਕਰ ਦਿੰਦੇ ਤਾਂ ਇਹ ਲੋਕ ਲਾਜ਼ਮਨ ਇਹੋ ਕਹਿੰਦੇ ਕਿ ਹੈ ਸਾਡੇ ਮਾਲਿਕ, ਤੂੰ ਸਾਡੇ ਕੋਲ ਆਪਣਾ ਪੈਗੰਬਰ ਕਿਉਂ ਨਹੀਂ ਭੇਜਿਆ ਤਾਂ ਜੋ ਅਸੀਂ ਤੇਰੀਆਂ ਆਇਤਾਂ ਹੁਕਮਾਂ ਦੀ ਪਾਲਣਾ ਕਰਦੇ ਇਸ ਤੋਂ ਪਹਿਲਾਂ ਕਿ ਅਸੀਂ ਇਨਕਾਰੀ ਜ਼ਲੀਲ ਤੇ ਰੁਸਵਾ ਹੁੰਦੇ। 1-3-5 ਹੈ ਨਬੀ ਸੱਸਾ ਤੁਸੀਂ ਆਖ ਦਿਓ ਕਿ ਹਰੇਕ ਵਿਅਕਤੀ ਉਡੀਕ ਵਿੱਚ ਹੈ ਕਿ ਕੌਣ ਭਾਰੂ ਰਹੇਗਾ, ਸੋ ਤੁਸੀਂ ਵੀ ਉਡੀਕੋ ਛੇਤੀ ਹੀ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਸਿੱਧੇ ਰਾਹ ਤੇ ਤੁਰਨ ਵਾਲੇ ਕੌਣ ਹਨ ਅਤੇ ਕਿਹੜੇ ਹਿਦਾਇਤ ਪ੍ਰਾਪਤ ਕਰ ਚੁੱਕੇ ਹਨ।